मेरे ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਅੱਜ ਅਸੀਂ ਐਕਸਰਸਾਈਜ਼ 2.3 ਦੇ ਸਮ ਸੋਲਵ ਕਰਾਂਗੇ। ਫਸਟ ਕੁਐਸਚਨ ਹੈ, ਜੇਕਰ ਦੋ ਪੂਰਨ ਸੰਖਿਆਵਾਂ ਦਾ ਗੁਣਨਫਲ 1 ਹੈ, ਕੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੋਨਾਂ ਵਿੱਚੋਂ ਇੱਕ ਜਾਂ ਦੋਵੇਂ ਹੀ 1 ਹੋਣਗੇ। ਸਾਨੂੰ ਬੱਚਿਓ ਚਾਹੀਦਾ ਹੈ ਗੁਣਨਫਲ 1 ਆਵੇ ਤੇ ਦੋ ਸੰਖਿਆਵਾਂ ਨੂੰ ਅਸੀਂ ਕਿਸੇ ਨੂੰ ਗੁਣਾ ਕਰਨਾ ਹੈ। ਉਹ ਕਿਹੜੀਆਂ ਸੰਖਿਆਵਾਂ ਨੇ ਜਿਨ੍ਹਾਂ ਨੂੰ ਗੁਣਾ ਕਰਕੇ 1 ਪ੍ਰਾਪਤ ਹੋਵੇਗਾ? ਉਹ ਹੁੰਦਾ 1 ਤੇ 1। ਇਹਦਾ ਮਤਲਬ ਦੋਵੇਂ ਸੰਖਿਆਵਾਂ 1 ਹੋਣਗੀਆਂ ਤਾਂ ਹੀ ਸਾਡੇ ਕੋਲ ਗੁਣਨਫਲ ਜਿਹੜਾ ਮਲਟੀਪਲਾਈ ਕਰਨ ਤੋਂ ਬਾਅਦ ਜਿਹੜਾ ਬਚੇਗਾ ਆਨਸਰ ਉਹ 1 ਆਵੇਗਾ। ਤੇ ਅਸੀਂ ਲਿਖਾਂਗੇ ਕਿ ਦੋਵੇਂ ਸੰਖਿਆਵਾਂ 1 ਹੋਣੀਆਂ ਚਾਹੀਦੀਆਂ ਹਨ। ਦੋਵੇਂ ਸੰਖਿਆਵਾਂ ਤੇ ਆਨਸਰ ਦੇ ਵਿੱਚ ਅਸੀਂ ਲਿਖ ਲਾਂਗੇ 1 ਮਲਟੀਪਲਾਈ ਬਾਈ 1 ਇਜ਼ ਇਕੁਅਲ ਟੂ 1। ਇਸ ਲਈ ਦੋਨੋਂ ਸੰਖਿਆਵਾਂ 1 ਹੀ ਹੋਣਗੀਆਂ ਜਿਨ੍ਹਾਂ ਦਾ ਗੁਣਨਫਲ 1 ਹੈ। ਅਗਲਾ ਕੁਐਸਚਨ ਕਰਦੇ ਹਾਂ, ਜੇਕਰ ਦੋ ਪੂਰਨ ਸੰਖਿਆਵਾਂ ਦਾ ਗੁਣਨਫਲ 0 ਹੈ। ਹੁਣ ਦੋ ਪੂਰਨ ਸੰਖਿਆਵਾਂ ਅਸੀਂ ਲੈਣੀਆਂ। ਪੂਰਨ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ? W ਹੋਲ ਨੰਬਰ, ਇਹਨੂੰ ਅਸੀਂ W ਦੇ ਨਾਲ ਡਿਨੋਟ ਕਰਦੇ ਹਾਂ। ਔਰ ਪੂਰਨ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ? 0 1 2 3 ਅਪ ਟੂ ਇਨਫਿਨਿਟੀ, ਅਣਗਿਣਤ ਤੱਕ ਜਾਂਦੀਆਂ ਨੇ। ਇਹਨਾਂ ਦੇ ਵਿੱਚ ਹੁਣ ਅਸੀਂ ਗੁਣਨਫਲ 0 ਬਣਾਉਣਾ ਹੈ। 0 ਆਨਸਰ 0 ਆਉਣਾ ਚਾਹੀਦਾ। ਇਹੋ ਜਿਹੀਆਂ ਕਿਹੜੀਆਂ ਦੋ ਸੰਖਿਆਵਾਂ ਲਈਏ ਕਿ ਆਨਸਰ ਜਿਹੜਾ 0 ਆ ਜੇ? ਕੀ ਉਹ ਸੰਖਿਆ ਇੱਕ ਹੀ 0 ਹੋਣੀ ਚਾਹੀਦੀ ਹੈ ਕਿ ਦੋਨੋਂ ਹੀ 0 ਹੋਣੀਆਂ ਚਾਹੀਦੀਆਂ ਨੇ? ਤੇ ਇਸ ਕਰਕੇ ਬੱਚਿਓ ਇੱਥੇ ਅਸੀਂ 0 ਦਾ ਮਲਟੀਪਲਾਈ ਕਰਨ ਵਾਲੇ ਜਿਹੜੇ ਰੂਲਸ ਸਿੱਖੇ ਸੀਗੇ ਆਪਾਂ ਲਾਸਟ ਵੀਡੀਓ ਦੇ ਵਿੱਚ, ਉਹ ਅਸੀਂ ਇੱਥੇ ਅਪਲਾਈ ਕਰਾਂਗੇ। ਕਿਸੇ ਵੀ ਅਕਸ਼ਰ ਨੂੰ, ਕਿਸੇ ਵੀ ਸੰਖਿਆ ਨੂੰ 0 ਨਾਲ ਮਲਟੀਪਲਾਈ ਕਰ ਦਈਏ ਤੇ ਉਹਦਾ ਆਨਸਰ ਕੀ ਆ ਜਾਏਗਾ? 0। ਉਹ ਸੰਖਿਆ 1 ਵੀ ਹੋ ਸਕਦੀ ਹੈ, ਉਹ ਸੰਖਿਆ 2 ਵੀ ਹੋ ਸਕਦੀ ਹੈ, ਕੋਈ ਵੀ ਸੰਖਿਆ ਹੋਵੇ, ਜਿੰਨੀ ਮਰਜ਼ੀ ਵੱਡੀ ਸੰਖਿਆ, ਭਾਵੇਂ 100 ਹੋ ਜੇ, 1000 ਹੋ ਜੇ, 10,000, ਲੱਖ, ਜਿਹੜੀ ਮਰਜ਼ੀ ਸੰਖਿਆ ਹੋ ਜੇ, ਉਹਨੂੰ 0 ਦੇ ਨਾਲ ਮਲਟੀਪਲਾਈ ਕਰੀਏ ਤੇ ਆਨਸਰ ਕੀ ਆ ਜਾਏਗਾ? 0। ਇਸ ਕਰਕੇ ਬੱਚਿਓ ਇਸ ਕੁਐਸਚਨ ਦੇ ਵਿੱਚ ਅਸੀਂ ਆਨਸਰ ਦੇਵਾਂਗੇ, ਪੁੱਛਿਆ ਸੀਗਾ 1 ਜਾਂ ਦੋਵੇਂ 0 ਹੋਣੇ ਚਾਹੀਦੇ ਆ, ਤੇ ਅਸੀਂ ਕਵਾਂਗੇ ਇੱਕ ਸੰਖਿਆ ਹੀ 0 ਹੋਵੇ ਤਾਂ ਗੁਣਨਫਲ ਜਿਹੜਾ ਉਹ 0 ਹੋ ਸਕਦਾ ਹੈ। ਇੱਕ ਸੰਖਿਆ ਜ਼ਰੂਰ 0 ਹੋਣੀ ਚਾਹੀਦੀ ਹੈ। ਤੇ ਜੇ ਦੋਵੇਂ ਸੰਖਿਆਵਾਂ ਵੀ 0 ਨੇ, 0 ਮਲਟੀਪਲਾਈ ਬਾਈ 0, ਤਾਂ ਵੀ ਉਹਦਾ ਆਨਸਰ ਕੀ ਆ ਜਾਏਗਾ? 0। ਜਾਂ ਕੋਈ ਵੀ ਸੰਖਿਆ ਦੇ ਨਾਲ ਮਲਟੀਪਲਾਈ ਕਰੀਏ ਆਪਾਂ 0 ਨੂੰ ਤੇ ਉਹਦਾ ਆਨਸਰ ਕੀ ਆ ਜਾਏਗਾ? 0। ਤੇ ਇਸ ਕਰਕੇ ਅਸੀਂ ਇਹਦਾ ਆਨਸਰ ਲਿਖਾਂਗੇ, ਇਸ ਲਈ ਦੋ ਪੂਰਨ ਸੰਖਿਆਵਾਂ ਦਾ ਗੁਣਨਫਲ 0 ਹੋਣ ਲਈ ਇੱਕ ਸੰਖਿਆ 0 ਹੋਵੇ ਜਾਂ ਦੋਵੇਂ 0 ਹੋਣੇ ਚਾਹੀਦੇ ਹਨ। ਅਗਲਾ ਕੁਐਸਚਨ ਹੈ ਪੈਟਰਨ। ਪੈਟਰਨ ਨੂੰ ਅਸੀਂ ਦੇਖਣਾ ਆ। ਪੈਟਰਨ ਦੇ ਵਿੱਚ ਖਾਲੀ ਥਾਵਾਂ ਭਰਨੀਆਂ ਸੀਗੀਆਂ। ਇਹ ਚੌਥੇ ਨੰਬਰ 'ਤੇ ਬਲੈਂਕ ਹੈ, ਇੱਥੇ ਵੀ ਬਲੈਂਕ ਹੈ, 5th ਨੰਬਰ 'ਤੇ ਵੀ ਬਲੈਂਕ ਹੈਗਾ। ਹੁਣ ਅਸੀਂ ਪੈਟਰਨ ਬਣਾ ਰਹੇ ਹਾਂ। ਪਹਿਲਾਂ ਦੇਖੋ 1 ਨੂੰ 1 ਨਾਲ ਮਲਟੀਪਲਾਈ ਕੀਤਾ, 1 ਆ ਗਿਆ। ਉਸ ਤੋਂ ਬਾਅਦ 2 1 ਹੈ, ਮਤਲਬ 11 ਨੂੰ 11 ਨਾਲ ਮਲਟੀਪਲਾਈ ਕੀਤਾ। ਇੱਥੇ ਜੇ 2 1 ਹੈਗੇ ਆ ਅਤੇ ਗਿਣਤੀ ਅਸੀਂ ਲਿਖ ਰਹੇ ਹਾਂ 1 2, ਫਿਰ 1 ਆਈ ਜਾ ਰਿਹਾ ਹੈ। ਫਿਰ 3 1 3 1 ਮਤਲਬ 111 111, ਇਹ ਗਿਣਤੀ ਜਾਂਦੀ ਹੈ 1 2 3, ਫਿਰ ਵਾਪਸ ਆ ਜਾਂਦੀ ਹੈ 2 1। ਇਸੇ ਤਰ੍ਹਾਂ ਜੇ 4 1 ਹੋ ਗਏ ਅਤੇ 4 ਤੱਕ ਗਿਣਤੀ ਲਿਖਾਂਗੇ 1 2 3 4, ਫਿਰ ਬੈਕ ਕਾਊਂਟਿੰਗ ਲਿਖਾਂਗੇ 3 2 1। ਹੁਣ 5 ਵਾਰੀ 1 ਸੀਗਾ ਅਤੇ 5 ਤੱਕ ਗਿਣਤੀ ਲਿਖ ਲਈ 1 2 3 4 5, ਫਿਰ ਬੈਕ ਕਾਊਂਟਿੰਗ ਲਿਖ ਲੈਂਦੇ ਹਾਂ। ਉਸ ਤੋਂ ਬਾਅਦ ਇੱਥੇ ਆ ਗਏ 6 ਵਾਰੀ 1, ਇੱਥੇ ਵੀ 6 ਵਾਰੀ 1, ਅਤੇ 6 ਤੱਕ ਗਿਣਤੀ ਲਿਖ ਕੇ ਉਸ ਤੋਂ ਬਾਅਦ ਅਸੀਂ ਉਲਟੀ ਗਿਣਤੀ ਲਿਖਣੀ ਸ਼ੁਰੂ ਕਰ ਦਿੱਤੀ 5 4 3 2 1। ਇਸੇ ਤਰ੍ਹਾਂ ਬੱਚਿਓ ਅਗਰ 7 ਵਾਰੀ 1 ਹੋਏਗਾ, ਉਹਨੂੰ 7 ਵਾਰੀ 1 ਨਾਲ ਗੁਣਾ ਕਰਾਂਗੇ 4 5 6 7, ਅਤੇ ਇਹਦਾ ਆਨਸਰ ਕੀ ਆਏਗਾ? 7 ਤੱਕ ਗਿਣਤੀ ਲਿਖਾਂਗੇ 1 2 3 4 5 6 7, ਫਿਰ ਬੈਕ ਕਾਊਂਟਿੰਗ 6 5 4 3 2 1। ਇਸ ਤਰ੍ਹਾਂ ਇਹ ਪੈਟਰਨ ਜਿਹੜਾ ਉਹ ਚੱਲਦਾ ਰਹੇਗਾ। 4th ਕੁਐਸਚਨ, ਇਹ ਵੀ ਪੈਟਰਨ ਹੈ। ਪੈਟਰਨ ਦੇ ਵਿੱਚ ਅਸੀਂ ਇਹ ਦੋ ਜਿਹੜੀਆਂ ਬਲੈਂਕਸ ਫਿਲ ਕਰਨੀਆਂ ਸੀਗੀਆਂ। ਪਹਿਲਾ ਹੈ 1 ਮਲਟੀਪਲਾਈ 9 ਪਲੱਸ 1 ਇਜ਼ ਇਕੁਅਲ ਟੂ 10। ਦੂਸਰੀ ਵਾਰ ਦੇਖੋ 1 ਤੋਂ ਬਾਅਦ ਕੀ ਆ ਗਿਆ? 1 2, 1 2 3 ਤੋਂ ਬਾਅਦ ਕੀ ਆ ਗਿਆ? 1 2 ਤੋਂ ਬਾਅਦ 1 2 3, ਫਿਰ 1 2 3 4। 1 ਤੋਂ ਬਾਅਦ ਗਿਣਤੀ ਜਿਹੜੀ ਆ ਉਹ ਵਧੀ ਜਾ ਰਹੀ ਹੈ, ਡਿਜਿਟ ਵਧੀ ਜਾ ਰਹੇ ਨੇ। ਅਤੇ ਇੱਥੇ ਫਿਰ ਕੀ ਹੋਏਗਾ ਚੌਥੇ ਨੰਬਰ 'ਤੇ? 1 2 3 4 5। ਵਿਚਕਾਰ ਕੀ ਆ ਰਿਹਾ ਹੈ?
9999 ਤੇ ਇੱਥੇ ਵੀ ਕੀ ਰਹਿ ਜਾਏਗਾ ਮਲਟੀਪਲਾਈ ਤੋਂ ਬਾਅਦ 9। ਉਸ ਤੋਂ ਬਾਅਦ ਪਲੱਸ ਤੋਂ ਬਾਅਦ 1 ਹੈ, ਇੱਥੇ ਪਲੱਸ ਤੋਂ ਬਾਅਦ 2 ਹੈ, ਇੱਥੇ ਪਲੱਸ ਤੋਂ ਬਾਅਦ 3 ਹੈ, ਉਸ ਤੋਂ ਬਾਅਦ ਆਏਗਾ 4 5। 1 ਤੋਂ ਬਾਅਦ 0, ਫਿਰ ਡਬਲ 1 0, ਫਿਰ 3 ਵਾਰੀ 1 0, 4 ਵਾਰੀ 1 0, ਇੱਥੇ ਆਏਗਾ 5 ਵਾਰੀ 1 ਤੇ 0। ਇਸੇ ਤਰ੍ਹਾਂ ਇਹ ਪੈਟਰਨ ਜਿਹੜਾ ਅੱਗੇ ਮੂਵ ਕਰੇਗਾ। ਹੁਣ 5 ਤੱਕ ਅਸੀਂ ਕਰ ਲਿਆ ਸੀਗਾ, ਫਿਰ ਅੱਗੇ ਆਏਗਾ 6 ਤੱਕ ਲਿਖ ਲਿਆ, ਮਲਟੀਪਲਾਈ ਕੀਤਾ 9 ਦੇ ਨਾਲ ਪਲੱਸ 6 ਤੇ 6 ਵਾਰੀ 1 ਆਏਗਾ ਤੇ 0 ਆਏਗਾ। ਉਸ ਤੋਂ ਅੱਗੇ ਵੀ ਅਸੀਂ ਲਿਖ ਸਕਦੇ ਹਾਂ। 6 ਤੱਕ ਹੋ ਗਿਆ, ਹੁਣ ਅਸੀਂ 7 ਤੱਕ ਲਿਖ ਸਕਦੇ ਹਾਂ। 4 5 6 7 ਮਲਟੀਪਲਾਈ ਕਰਾਂਗੇ 9 ਦੇ ਨਾਲ, ਇੱਥੇ 6 ਦੀ ਜਗ੍ਹਾ 'ਤੇ ਅਸੀਂ ਲਿਖਾਂਗੇ 7 ਤੇ ਫਿਰ 7 ਵਾਰੀ 1 ਲਿਖ ਕੇ ਨਾਲ ਇੱਕ 0 ਬਣਾਵਾਂਗੇ। ਇਸ ਤਰ੍ਹਾਂ ਬੱਚਿਓ ਇੱਕ ਪੈਟਰਨ ਜਿਹੜਾ ਉਹ ਚੱਲੀ ਜਾਵੇਗਾ। ਨੈਕਸਟ ਕੁਐਸਚਨ ਕਰਾਂਗੇ, ਬੜਾ ਇੰਪੋਰਟੈਂਟ ਕੁਐਸਚਨ ਹੈ। ਇਹਦੇ ਵਿੱਚ ਅਸੀਂ ਬੜੀ ਵਧੀਆ ਚੀਜ਼ਾਂ ਸਿੱਖਣੀਆਂ ਹੈ। ਆਇਤ, ਵਰਗ ਤੇ ਤ੍ਰਿਭੁਜਾ ਬਣਾਉਣੀਆਂ। ਸੰਖਿਆਵਾਂ ਸਾਡੇ ਕੋਲ ਹੈਗੀਆਂ ਨੇ 24 ਤੋਂ 30 ਤੱਕ। 24 ਤੋਂ ਲੈ ਕੇ 30 ਤੱਕ ਦੀ ਜਿਹੜੀ ਗਿਣਤੀ ਹੈ ਉਹਦੇ ਵਿੱਚ ਅਸੀਂ ਨਮੂਨੇ ਮਤਲਬ ਪੁਆਇੰਟਸ ਡਾਟਸ ਵਾਈਜ਼ ਅਸੀਂ ਦਰਸਾਉਣਾ ਹੈ। 24 ਨੂੰ, ਫਿਰ 25 ਨੂੰ, ਫਿਰ 26 ਨੂੰ, 27 ਨੂੰ, 28 ਨੂੰ, 29 ਤੇ 30 ਸਾਰੀ ਗਿਣਤੀ ਨੂੰ ਵਿੱਚ ਅਸੀਂ ਦੇਖਣਾ ਵਾ ਕਿ ਉਹ ਕਿਸ ਤਰ੍ਹਾਂ ਦੇ ਨਮੂਨਿਆਂ ਦੇ ਅਨੁਸਾਰ ਅਸੀਂ ਕਿਸ ਤਰ੍ਹਾਂ ਦੇ ਪੈਟਰਨ ਅਸੀਂ ਦਿਖਾ ਸਕਦੇ ਹਾਂ। ਤੇ ਆਓ ਅਸੀਂ ਕਰਦੇ ਹਾਂ ਇਸ ਕੁਐਸਚਨ ਨੂੰ ਇੱਕ ਅਲੱਗ ਪੇਜ 'ਤੇ। ਸਭ ਤੋਂ ਪਹਿਲੇ ਅਸੀਂ ਕਰਦੇ ਹਾਂ 24। ਹੁਣ 24 ਜਿਹੜਾ ਹੈ, ਸਭ ਤੋਂ ਪਹਿਲੇ ਤਾਂ ਇਹਦਾ ਅਸੀਂ ਟੇਬਲ ਲਿਖ ਲੈਂਦੇ ਹਾਂ ਕਿ 24 ਕਿਹੜੇ ਟੇਬਲ 'ਤੇ ਆ ਰਿਹਾ। 6 ਚੌਕਾ 24 ਮਤਲਬ ਇੱਕ ਆਇਤ ਬਣ ਰਹੀ ਹੈ, ਇਹ ਕੀ ਹੋਏਗੀ ਇੱਕ ਆਇਤ। ਹੋਰ 8 ਤੀਆ 24, 8 ਤੀਆ 24 ਇਹ ਵੀ ਇੱਕ ਆਇਤ ਬਣੇਗੀ। ਅਸੀਂ ਕੀ ਕਰ ਲਏ, ਅਸੀਂ ਇਹਦੇ ਗੁਣਨਖੰਡ ਬਣਾ ਲਏ, 24 ਦੇ ਗੁਣਨਖੰਡ। ਹੋਰ 24 ਕਿੱਥੇ ਆ ਸਕਦਾ ਹੈ, 12 ਦੂਣਾ 24, ਇਹ ਵੀ ਬਣ ਗਈ ਇੱਕ ਆਇਤ। ਉਸ ਤੋਂ ਬਾਅਦ ਅਸੀਂ ਪੈਟਰਨ ਬਣਾਉਣੇ ਆ। ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਇੱਕ ਪੈਟਰਨ ਬਣਾ ਕੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। 6 ਲਿਖਿਆ ਹੋਇਆ ਪਹਿਲੇ, ਚਲੋ ਅਸੀਂ 6 ਤੇ 4 ਦਾ ਅਸੀਂ ਪੈਟਰਨ ਬਣਾ ਲੈਂਦੇ ਹਾਂ। 6 ਡਾਟਸ ਬਣਾਓ ਪਹਿਲੀ ਲਾਈਨ ਦੇ ਵਿੱਚ, 3 ਡਾਟਸ ਨੂੰ ਥੋੜ੍ਹਾ ਅਸੀਂ ਕਰ ਲੈਂਦੇ ਹਾਂ 3 4 5 6। 6 ਡਾਟਸ ਬਣਾਏ ਇੱਕ ਲਾਈਨ 'ਤੇ। ਇੱਦਾਂ ਦੀਆਂ 4 ਲਾਈਨਸ ਅਸੀਂ ਬਣਾਉਣੀਆਂ ਅਤੇ 4 ਲਾਈਨਸ ਅਸੀਂ ਬਣਾ ਦਿੰਦੇ ਹਾਂ। ਇਹ ਡਾਟ ਨੂੰ ਥੋੜ੍ਹਾ ਆਪਣੀ ਕਾਪੀ 'ਤੇ ਸੋਹਣਾ ਕਰਕੇ ਬਣਾਉਣਾ ਹੈ। ਇਹ ਬਣ ਗਿਆ ਦੂਸਰੀ ਲਾਈਨ। ਇਸ ਤਰ੍ਹਾਂ ਦੀ ਬੱਚਿਓ ਅਸੀਂ ਕਿੰਨੀਆਂ ਲਾਈਨਸ ਡਰਾ ਕਰਾਂਗੇ, 4 ਲਾਈਨਾਂ। 6 ਡਾਟਸ ਦੀਆਂ 4 ਲਾਈਨਸ ਅਸੀਂ ਡਰਾ ਕਰਾਂਗੇ। ਛੇ ਗੁਣਾ 4 1 2 3 4 5 6। ਇਹਦੇ ਬਿਲਕੁਲ ਸਿੱਧੇ ਤੁਸੀਂ ਡਰਾ ਕਰੋਗੇ। ਕਿੰਨੀਆਂ ਲਾਈਨਸ, 4 ਲਾਈਨਸ ਤੁਸੀਂ ਡਰਾ ਕਰਨੀ ਹੈ। ਇਸ ਤਰ੍ਹਾਂ ਇਹ ਬਣ ਜਾਏਗੀ ਸਾਡੇ ਕੋਲ ਫਿਰ ਇੱਕ 24 ਵਾਲੀ ਆਇਤ। ਹੁਣ ਇਸ ਤਰ੍ਹਾਂ ਅਸੀਂ 25 ਦੀ ਕਰਦੇ ਹਾਂ। 25 ਬੱਚਿਓ ਸਕੇਅਰ ਹੁੰਦਾ ਹੈ 5 ਦਾ, ਅਤੇ ਫਿਰ ਇਹ ਕੀ ਬਣੇਗਾ, ਵਰਗ ਬਣੇਗਾ। 25 ਦਾ ਵਰਗ ਬਣੇਗਾ। ਨੈਕਸਟ ਪੇਜ ਅਸੀਂ ਲੈ ਲੈਂਦੇ ਹਾਂ। ਅਗਲੇ ਪੇਜ 'ਤੇ ਅਸੀਂ 25 ਦਾ ਵਰਗ ਬਣਾਵਾਂਗੇ। ਪਹਿਲੀ ਲਾਈਨ ਦੇ ਵਿੱਚ 5 ਡਾਟਸ, 5 ਬਿੰਦੀਆਂ ਬਣਾ ਲਈਆਂ। ਅਗਲੀ ਲਾਈਨ ਦੇ ਵਿੱਚ 5 ਕਿਉਂਕਿ 25 ਜਿਹੜਾ ਹੈ ਉਹ 5 ਗੁਣਾ 5 ਔਰ ਇਹ ਕੀ ਬਣਿਆ, ਵਰਗ ਬਣਿਆ ਸਕੇਅਰ। ਇਹਨੂੰ ਅਸੀਂ ਸਕੇਅਰ ਦੇ ਪੈਟਰਨ ਵਾਈਜ਼ ਬਣਾ ਲੱਗੇ ਹਾਂ। 5 ਡਾਟਸ ਦੀਆਂ 5 ਹੀ ਲਾਈਨਸ ਡਰਾ ਕਰਾਂਗੇ। ਇਹ ਆ ਗਿਆ ਸਾਡੇ ਕੋਲ ਵਰਗ ਦਾ ਪੈਟਰਨ 25 ਦਾ। ਇਸੇ ਤਰ੍ਹਾਂ ਬੱਚਿਓ 26 ਦਾ ਕਰਾਂਗੇ। ਹੁਣ 26 ਜਿਹੜਾ ਹੈ ਉਹ ਕਿਹੜੇ ਪਹਾੜੇ 'ਤੇ ਜਾਂਦਾ ਹੈ ਉਹ ਲਿਖ ਲਓ। 26 13 ਦੂਣਾ 26। 26 ਦੇ ਜਿਹੜੇ ਅਸੀਂ ਗੁਣਨਖੰਡ ਬਣਾਏ, ਇੱਕ ਬਣਿਆ ਸਾਡੇ ਕੋਲ 13 ਗੁਣਾ 2। ਇਹਦੇ ਵਿੱਚ 13 ਡਾਟਸ ਬਣਾ ਲਓ ਅਤੇ 2 ਲਾਈਨਾਂ ਬਣਾ ਲਓ। 1 2 3 4 5 6 7 8 9 10 11 12 13। ਉਸ ਤੋਂ ਬਾਅਦ ਫਿਰ 2 ਲਾਈਨਾਂ ਬਣਾਉਣੀਆਂ ਸੀ ਕਿਉਂਕਿ 13 ਨੂੰ 2 ਨਾਲ ਗੁਣਾ ਕਰੀਏ ਫਿਰ 26 ਆਉਂਦਾ ਹੈ, ਅਤੇ ਇਹਦੇ ਥੱਲੇ ਬਿਲਕੁਲ ਇਹਦੇ ਪੈਰਲਰ 13 ਡਾਟਸ ਹੋਰ ਲਗਾ ਦੇਣੇ। ਇੱਥੇ ਅਸੀਂ ਲਿਖ ਦੇਵਾਂਗੇ
13 ਗੁਣਾ 2 ਇੱਕ ਆਇਤ ਹੈ। ਇਹਦੀ ਕਿਸ ਤਰ੍ਹਾਂ ਦਾ ਪੈਟਰਨ ਹੈ? ਇੱਕ ਆਇਤ ਵਰਗਾ। ਹੁਣ ਅਸੀਂ 27 ਦਾ ਕਰ ਲੈਂਦੇ ਹਾਂ। 27 24 ਤੋਂ ਲੈ ਕੇ ਬੱਚਿਓ ਅਸੀਂ 30 ਤੱਕ ਕਰਨਾ ਹੈ। 24 25 26 ਦਾ ਕਰ ਲਿਆ, ਹੁਣ 27 ਦੀ ਵਾਰੀ ਹੈ। ਹੁਣ 27 ਦੇ ਵਿੱਚ ਛੋਟੇ ਛੋਟੇ ਕੋਈ ਵੀ ਦੋ ਹਿੱਸੇ ਕਰ ਲਓ, ਇੱਕ ਡਾਇਗਰਾਮ ਬਣਾ ਲੈਂਦੇ ਹਾਂ। ਇਹਦੀ ਵੀ ਆਇਤ ਬਣੇਗੀ 9 ਤੀਆ 27, ਇਹ ਵੀ ਇੱਕ ਆਇਤ ਬਣੇਗੀ। 27 ਜਿਹੜਾ ਹੈ ਉਹਦਾ ਵਰਗ ਵੀ ਨਹੀਂ ਬਣ ਸਕਦਾ, ਉਹਦੀ ਤਿਕੋਣ ਵੀ ਨਹੀਂ ਬਣੇਗੀ। 9 ਡਾਟਸ 3 4 5 6 7 8 9, ਕਿੰਨੀਆਂ ਲਾਈਨਾਂ? 3 ਲਾਈਨਾਂ। ਇਸ ਤਰ੍ਹਾਂ ਇੱਕ ਆਇਤ ਬਣ ਜਾਵੇਗੀ। 3 ਲਾਈਨ ਅਸੀਂ ਬਣਾ ਰਹੇ ਹਾਂ 9 ਦੀਆਂ, ਤੇ ਇਹਦੇ ਹੇਠਾਂ ਫਿਰ ਅਸੀਂ ਕੀ ਲਿਖਾਂਗੇ? 9 ਮਲਟੀਪਲਾਈ ਬਾਈ 3 ਵਾਲੀ ਇੱਕ ਆਇਤ ਬਣ ਗਈ। 9 ਤੀਆ 27 ਤੇ ਇੱਕ ਆਇਤਾਕਾਰ ਪੈਟਰਨ ਬਣੇਗਾ। ਇੱਥੇ ਬੱਚੇ ਤੁਸੀਂ ਡਾਟਸ ਵੀ ਬਣਾ ਸਕਦੇ ਹੋ ਜਾਂ ਛੋਟੇ ਛੋਟੇ ਇੱਦਾਂ ਸਟਾਰਸ ਵੀ ਬਣਾ ਸਕਦੇ ਹੋ। ਡਾਟਸ ਬਣਾਉਣੇ ਜ਼ਰਾ ਈਜ਼ੀ ਹੈ, ਇਸ ਕਰਕੇ ਅਸੀਂ ਡਾਟਸ ਬਣਾ ਰਹੇ ਹਾਂ। ਹੁਣ ਸਭ ਤੋਂ ਇੰਪੋਰਟੈਂਟ ਹੈਗਾ 28 ਵਾਲਾ। 28 ਹੁਣ 28 ਦੇ ਵਿੱਚੋਂ ਵਰਗ ਤਾਂ ਬਣੇਗਾ ਹੀ ਨਹੀਂ। ਜੇ ਅਸੀਂ ਕਹੀਏ ਵਰਗ ਤਾਂ ਸਿਰਫ ਇਹਨਾਂ ਵਿੱਚੋਂ 25 ਦਾ ਬਣ ਰਿਹਾ, ਵਰਗ ਨਹੀਂ ਬਣ ਰਿਹਾ। ਇਹਦੀ ਆਇਤ ਬਣੇਗੀ। ਆਇਤ ਬਣਨ ਦੇ ਨਾਲ ਨਾਲ ਇਹਦਾ ਇੱਕ ਬਹੁਤ ਇੰਪੋਰਟੈਂਟ ਤਿਕੋਣ ਵੀ ਬਣੇਗੀ। ਸਭ ਤੋਂ ਪਹਿਲੇ ਅਸੀਂ ਆਇਤ ਬਣਾ ਲੈਂਦੇ ਹਾਂ। ਆਇਤ ਬਣਾਉਣ ਵਾਸਤੇ 14 ਦੂਣਾ 28, ਇਹ ਤੇ ਆਇਤ ਬਣ ਗਈ। ਠੀਕ ਹੈ, 14 ਡਾਟਸ ਇੱਕ ਲਾਈਨ ਦੇ ਵਿੱਚ 1 2 3 4 5 6 7 8 9 10 11 12 13 14, ਇਹਦੀਆਂ ਦੋ ਲਾਈਨਸ ਅਸੀਂ ਡਰਾ ਕਰ ਲੈਂਦੇ ਹਾਂ। ਇਹ ਬਣ ਗਈ 14 ਗੁਣਾ 2 ਵਾਲੀ ਇੱਕ ਆਇਤ ਜਾਂ ਰੈਕਟੈਂਗਲ। ਹੁਣ ਅਸੀਂ ਇਹਦੀ ਕਰ ਲੈਂਦੇ ਹਾਂ ਇੱਕ ਤਿਕੋਣ ਕਿਵੇਂ ਬਣੇਗੀ। ਇਹ ਸਭ ਤੋਂ ਇੰਪੋਰਟੈਂਟ ਹੈ। 28 ਦੀ ਬੱਚੋਂ ਇੱਕ ਤਿਕੋਣ ਬਣੇਗੀ। ਕਿਵੇਂ ਬਣੇਗੀ ਦੇਖੋ ਬਸ ਧਿਆਨ ਨਾਲ। ਪਹਿਲੀ ਲਾਈਨ ਦੇ ਵਿੱਚ ਇੱਕ ਡਾਟ, ਉਸ ਤੋਂ ਬਾਅਦ 2 ਡਾਟਸ, ਫਿਰ 3 ਟਰਾਇੰਗਲ ਬਣ ਰਹੀ ਹੈ। ਉਸ ਤੋਂ ਬਾਅਦ ਇੱਕੋ ਲਾਈਨ 'ਚ ਅਸੀਂ 4 ਡਾਟ ਇਸ ਤਰ੍ਹਾਂ ਐਡਜਸਟ ਕੀਤੇ, ਫਿਰ 5, ਫਿਰ 6, ਫਿਰ 7, ਔਰ ਇੱਕ ਪੈਟਰਨ ਦੇ ਅਕੋਰਡਿੰਗ ਕੀ ਬਣ ਰਹੀ ਹੈ? ਇੱਕ ਤਿਕੋਣ ਬਣ ਰਹੀ ਹੈ। ਪਹਿਲੀ ਲਾਈਨ 'ਚ 1, ਫਿਰ 2 ਡਾਟ, ਫਿਰ 3 4 5 6 ਤੇ 7, ਇਹਨਾਂ ਸਾਰਿਆਂ ਨੂੰ ਪਲੱਸ ਕਰੋ। 2 ਤੇ 1 3 3 6, 6 4 10, 10 5 15, 15 ਤੇ 6 21, 21 ਤੇ 7 ਕਿੰਨੇ ਹੋ ਗਏ? 28। ਟੋਟਲ ਕਿੰਨੇ? 28 ਡਾਟਸ ਨੇ। ਤੇ ਇਹਨਾਂ ਨੂੰ ਅਸੀਂ ਲਿਖਾਂਗੇ ਇਹ ਤਿਕੋਣਾਕਾਰ ਟਰਾਇੰਗੂਲਰ ਸ਼ੇਪ ਦੇ ਹਨ। 28 ਜਿਹੜਾ ਹੈ ਉਹ ਇੱਕ ਤਿਕੋਣ ਬਣਾਉਂਦਾ ਹੈ। ਅਗਲੀ ਗਿਣਤੀ ਹੈ 29 ਦੀ। ਬੇਟਾ 29 ਜਿਹੜਾ ਹੈ ਉਹ ਹੈਗਾ ਅਭਾਜ ਸੰਖਿਆ। ਅਭਾਜ ਸੰਖਿਆ ਇੱਕ ਪ੍ਰਾਈਮ ਨੰਬਰ। ਇਹਦੀ ਤੇ ਕੋਈ ਵੀ ਆਇਤ ਵੀ ਨਹੀਂ ਬਣੇਗੀ। ਵਰਗ ਤਿਕੋਣ ਤਾਂ ਬਣ ਹੀ ਨਹੀਂ ਸਕਦਾ, ਲੇਕਿਨ ਇਹਦੀ ਆਇਤ ਵੀ ਨਹੀਂ ਬਣੇਗੀ, ਕਿਉਂਕਿ 29 ਨੂੰ ਜੇਕਰ ਅਸੀਂ ਦੋ ਹਿੱਸਿਆਂ 'ਚ ਵੰਡੀਏ ਤੇ 29 ਮਲਟੀਪਲਾਈ ਬਾਈ 1 ਕਿ 29 ਦੀ ਇੱਕੋ ਲਾਈਨ ਬਣੇਗੀ। ਇਹ ਦੇਖੋ ਇੱਕੋ ਲਾਈਨ ਬਣੇਗੀ। ਇਸ ਡਾਇਗਰਾਮ ਨੂੰ ਤੇ ਲਾਈਨ ਕਹਿੰਦੇ ਨੇ। ਕੀ ਕਹਿੰਦੇ ਨੇ? ਲਾਈਨ। ਇੱਕ ਰੇਖਾ ਖੰਡ ਬਣੇਗੀ ਜਾਂ ਲਾਈਨ ਸੈਗਮੈਂਟ ਬਣੇਗਾ। ਲਾਈਨ ਸੈਗਮੈਂਟ। ਇਹਦੇ ਵਿੱਚ ਨਾ ਹੀ ਆਇਤ ਬਣੀ, ਨਾ ਹੀ ਤਿਕੋਣ ਬਣੇਗੀ, ਤੇ ਨਾ ਹੀ ਕੋਈ ਟਰਾਇੰਗਲ ਬਣੇਗੀ। ਨੈਕਸਟ ਅਸੀਂ ਕਰ ਲੈਂਦੇ ਹਾਂ 30 ਦਾ। 24 ਤੋਂ ਲੈ ਕੇ 30 ਤੱਕ ਕਰਨਾ ਸੀਗਾ, ਹੁਣ 30 ਦੀ ਵਾਰੀ ਹੈ। 30 ਦੀਆਂ ਆਇਤ ਬਣ ਸਕਦੀਆਂ ਨੇ। 6 5 30, 10 30 30, ਕੋਈ ਵੀ ਤੁਸੀਂ ਇੱਕ ਡਰਾ ਕਰ ਸਕਦੇ ਹੋ। 6 5 ਵਾਲੀ ਬਣਾ ਲੈਂਦੇ ਹਾਂ। ਇੱਕ ਲਾਈਨ ਦੇ ਵਿੱਚ 6 ਡਾਟਸ, ਇੱਦਾਂ ਦੀਆਂ 5 ਲਾਈਨਸ। ਬਿਲਕੁਲ ਬਰਾਬਰ ਡਿਫਰੈਂਸ ਲੈ ਕੇ ਤੁਸੀਂ ਕਾਪੀ 'ਤੇ ਡਰਾ ਕਰੋਗੇ ਤੇ ਇੱਕ ਆਇਤ ਬਣੇਗੀ। 5 ਲਾਈਨਾਂ ਅਸੀਂ ਬਣਾ ਲਈਆਂ 6 ਡਾਟਸ ਦੀਆਂ, ਤੇ ਥੱਲੇ ਅਸੀਂ ਲਿਖ ਦਾਂਗੇ 6 ਗੁਣਾ 5 ਵਾਲੀ ਇੱਕ ਆਇਤ ਜਾਂ ਰੈਕਟੈਂਗਲ। ਇਹ ਸੀਗਾ ਬੱਚਿਓ ਇਸ ਕੁਐਸਚਨ ਦੇ ਵਿੱਚ ਡਾਟ ਦੇ ਲਗਾ ਕੇ, ਬਿੰਦੂ ਲਗਾ ਕੇ ਪੈਟਰਨ ਬਣਾਉਣਾ ਸੀਗਾ। ਹੁਣ ਅਸੀਂ ਆਪਣੀ ਅਸਾਈਨਮੈਂਟ ਦੇ ਲਾਸਟ ਕੁਐਸਚਨ 'ਤੇ ਚੱਲਦੇ ਹਾਂ।
ਲਾਸਟ ਕੁਐਸਚਨ ਹੈ ਸਾਡਾ, ਫਿਰ ਇੱਕ ਪੈਟਰਨ ਨੂੰ ਅਧਿਐਨ ਕਰੋ ਤੇ ਪਹਿਲੀਆਂ 12 ਟਾਂਕ ਸੰਖਿਆਵਾਂ ਦਾ ਜੋੜਫਲ ਪਤਾ ਕਰਨਾ ਹੈ ਤੇ ਪਹਿਲੀਆਂ 50 ਟਾਂਕ ਸੰਖਿਆਵਾਂ ਦਾ ਜੋੜਫਲ ਪਤਾ ਕਰਨਾ ਹੈ। ਇੱਕ ਪੈਟਰਨ ਤੇ ਚੱਲਦੇ ਹਾਂ। ਪਹਿਲੀ ਲਾਈਨ, ਫਸਟ ਲਾਈਨ ਦੇ ਵਿੱਚ 1 ਨੂੰ 1 ਨਾਲ ਮਲਟੀਪਲਾਈ ਕਰਕੇ 1 ਬਣਾਤਾ। ਉਸ ਤੋਂ ਬਾਅਦ ਦੇਖੋ 1 ਤੇ 3, ਉਸ ਤੋਂ ਅਗਲੇ ਦਿਨ 1 3 5, ਫਿਰ 1 3 5 7, ਮਤਲਬ ਟਾਂਕ ਸੰਖਿਆਵਾਂ ਆ ਰਹੀਆਂ ਨੇ। ਟਾਂਕ ਸੰਖਿਆਵਾਂ, ਪਹਿਲੀ ਟਾਂਕ ਸੰਖਿਆ ਦਾ ਜੋੜ 1, ਦੋ ਟਾਂਕ ਸੰਖਿਆਵਾਂ ਦਾ ਜੋੜ 2 ਗੁਣਾ 2। ਇਹ ਪਹਿਲੀਆਂ 3 ਟਾਂਕ ਸੰਖਿਆਵਾਂ ਵਾ, ਇਹਨਾਂ ਦਾ ਜੋੜ 3 ਗੁਣਾ 3 ਮਤਲਬ 9 ਬਣ ਗਿਆ। ਇਹ ਸਕੇਅਰ ਬਣ ਰਹੇ ਨੇ। ਜੇ 4 ਟਾਂਕ ਸੰਖਿਆਵਾਂ ਹੋਣਗੀਆਂ ਤੇ 4 ਮਲਟੀਪਲਾਈ ਬਾਈ 4, 4 ਗੁਣਾ 4 ਕਰਕੇ 16 ਬਣਾ ਲਿਆ। ਹੁਣ ਜੇ 5 ਹੋਣ, 5 ਟਾਂਕ ਸੰਖਿਆਵਾਂ ਹੋਣ ਤੇ ਬੱਚਿਓ 5 ਦਾ ਸਕੇਅਰ ਆ ਜਾਏਗਾ। 6 ਟਾਂਕ ਸੰਖਿਆਵਾਂ ਹੋਣ ਤੇ 6 ਦਾ ਸਕੇਅਰ ਆ ਜਾਏਗਾ। ਸਾਨੂੰ ਕਿੰਨਾ ਪੁੱਛਿਆ ਹੈ? ਸਾਨੂੰ ਪੁੱਛਿਆ ਹੈ ਇਹਦੇ ਵਿੱਚ ਪਹਿਲੀਆਂ 12 ਟਾਂਕ ਸੰਖਿਆਵਾਂ ਦਾ ਜੋੜਫਲ ਪਤਾ ਕਰੋ ਤੇ ਪਹਿਲੀਆਂ 12 ਦਾ ਫਿਰ ਕੀ ਹੋ ਜਾਏਗਾ? 12 ਗੁਣਾ 12, 144। ਅਗਲਾ ਕੁਐਸਚਨ ਪੁੱਛਿਆ ਹੈ ਪਹਿਲੀਆਂ 50 ਟਾਂਕ ਸੰਖਿਆਵਾਂ ਦਾ ਜੋੜਫਲ ਪਤਾ ਕਰੋ ਤੇ ਪਹਿਲੀਆਂ 50 ਔਡ ਨੰਬਰਸ ਕਿਹੜੇ ਨੇ? ਕਿੰਨੇ ਨੰਬਰਸ ਨੇ? ਇਹ ਹੈਗੇ ਨੇ 50 ਮਲਟੀਪਲਾਈ ਬਾਈ 50। ਜੇ 12 ਪੁੱਛਿਆ ਤੇ 12 ਗੁਣਾ 12 ਕਰ ਦਿਓ। ਜੇ 50 ਪੁੱਛਿਆ ਤੇ 50 ਗੁਣਾ 50 ਕਰਤਾ। ਇਹ ਬਣ ਗਿਆ 2500 ਜੋੜਫਲ। ਕਿਉਂਕਿ ਇੱਕ ਟਾਂਕ ਸੰਖਿਆ ਦਾ ਜੋੜਫਲ 1 ਦਾ ਸਕੇਅਰ ਆ ਰਿਹਾ ਹੈ, ਦੋ ਟਾਂਕ ਸੰਖਿਆਵਾਂ ਦਾ ਜੋੜਫਲ 2 ਦਾ ਸਕੇਅਰ, 3 ਟਾਂਕ ਸੰਖਿਆਵਾਂ ਦਾ ਜੋੜਫਲ 3 ਦਾ ਸਕੇਅਰ, 4 ਦਾ 4 ਦਾ ਸਕੇਅਰ। ਇਸ ਤਰ੍ਹਾਂ 12 ਦਾ ਆ ਗਿਆ 12 ਦਾ ਸਕੇਅਰ, 50 ਦਾ ਆ ਗਿਆ 50 ਦਾ ਸਕੇਅਰ। ਇਹ ਸੀਗੇ ਬੱਚਿਓ ਅੱਜ ਦੀ ਸਾਡੀ ਐਕਸਰਸਾਈਜ਼ 2.3। ਥੈਂਕ ਯੂ ਸੋ ਮਚ ਫॉर ਵਾਚਿੰਗ।